ਹਾਈ, ਮੇਰਾ ਨਾਮ ਬੀਨਾ ਆ। ਮੈਂ ਰਜਿਸਟਰਡ ਕਲੀਨਿਕਲ ਕਾਉਂਸਲਰ ਦਾ ਕੰਮ ਕਰਦੀ ਹਾਂ ਮੂਵਿੰਗ ਫੋਰਵਰਡ ਫੈਮਿਲੀ ਸਰਵਿਸਿਜ਼ ਦੇ ਨਾਲ। ਮੈਨੂੰ ਮੈਂਟਲ ਹੈਲਥ ਫੀਲਡ 'ਚ ਹੋ ਗਏ 25 ਸਾਲ ਕਰਦੀ ਨੂੰ ਅਤੇ ਕਾਉਂਸਲਰ ਦਾ ਕੰਮ 5 ਸਾਲ ਹੋਏ ਕਰਦੀ ਨੂੰ। ਅੱਜ ਮੈਂ ਤੁਹਾਨੂੰ ਐਂਗਜ਼ਾਇਟੀ ਬਾਰੇ ਦੱਸਣਾ ਆ। ਐਂਗਜ਼ਾਇਟੀ ਹੁੰਦੀ ਜਿੱਦਾਂ ਅਸੀਂ ਘਬਰਾਉਂਦੇ ਹੁੰਦੇ ਹਾਂ, ਜਦੋਂ ਡਰ ਲੱਗਦਾ, ਜਦੋਂ ਐਂਗਜ਼ਾਇਟੀ ਹੁੰਦੀ ਆ। ਜਿਹੜੀ ਐਂਗਜ਼ਾਇਟੀ ਹੁੰਦੀ ਆ ਉਹ ਨੋਰਮਲ ਹੁੰਦੀ ਆ, ਪਰ ਸਾਡੀ ਬਾਡੀ ਦੀ ਰਿਸਪਾਂਸ ਹੁੰਦੀ ਵੀ ਜਦੋਂ ਅਲਾਰਮ ਸਿਸਟਮ ਆਉਂਦਾ ਸਾਡੀ ਬਾਡੀ 'ਚ, ਵੀ ਸਾਨੂੰ ਪ੍ਰਪੇਅਰ ਕਰਦੀ ਆ ਸਾਡੀ ਬਾਡੀ ਵੀ ਅਸੀਂ ਜਦੋਂ ਕਾਰ ਸਾਡੇ ਵੱਲ ਨੂੰ ਆਉਂਦੀ ਹੋਵੇ, ਸਾਡੀ ਬਾਡੀ ਨੂੰ ਪਤਾ ਹੋਣਾ ਚਾਹੀਦਾ ਵੀ ਸਾਨੂੰ ਸੱਟ ਲੱਗ ਸਕਦੀ ਆ। ਫਿਰ ਸਾਡੀ ਬਾਡੀ ਦੀ ਰਿਸਪਾਂਸ ਹੁੰਦੀ ਵੀ ਸਾਨੂੰ ਗਰਮੀ ਆਉਣ ਲੱਗ ਪੈਂਦੀ ਆ, ਸਾਡੀ ਛਾਤੀ 'ਚ ਦੁੱਖ ਲੱਗਦਾ ਜਾਂ ਹਾਰਟ ਬੀਟ ਛੇਤੀ ਬੀਟ ਕਰਦਾ। ਫਿਰ ਸਾਨੂੰ ਪਤਾ ਹੁੰਦਾ ਵੀ ਹੁਣ ਐਂਗਜ਼ਾਇਟੀ ਆ ਗਈ, ਵੀ ਕੋਈ ਪ੍ਰੋਬਲਮ ਹੋਣੀ ਇੱਥੇ, ਵੀ ਮੈਨੂੰ ਦੌੜਨਾ ਚਾਹੀਦਾ, ਪਾਸੇ ਨੂੰ ਹੋਣਾ ਚਾਹੀਦਾ, ਜਦ ਮੈਨੂੰ ਸੱਟ ਲੱਗ ਸਕਦੀ ਆ। ਜਿਹੜੀ ਐਂਗਜ਼ਾਇਟੀ ਹੈ, ਕਈ ਤਰ੍ਹਾਂ ਦੀਆਂ ਐਂਗਜ਼ਾਇਟੀਆਂ ਹੁੰਦੀਆਂ ਆ। ਇੱਕ ਤਾਂ ਹੈਗੀ ਜਿਹੜੀ ਉਹਨੂੰ ਹੁੰਦੀ ਹੈ ਪੈਨਿਕ ਡਿਸਆਰਡਰ ਕਹਿੰਦੇ ਆ, ਜਿਹੜਾ ਇੱਕਦਮ ਜਿਹੜਾ ਅਗਲਾ ਘਬਰਾਉਂਦਾ ਛੇਤੀ ਅਤੇ ਇੱਦਾਂ ਲੱਗਦਾ ਜਿੱਦਾਂ ਵੀ ਸਾਨੂੰ ਹਾਰਟ ਅਟੈਕ ਹੋ ਜਾਣੀ ਆ, ਜਾਂ ਅਸੀਂ ਮਰ ਜਾਣਾ, ਜਾਂ ਫੇਂਟ ਹੋ ਜਾਣਾ। ਐਗਜ਼ਾਮਪਲ ਹੁੰਦਾ ਕਈ ਲੋਕ ਜਿੱਦਾਂ ਜਦੋਂ ਉਹਨਾਂ ਨੂੰ ਐਂਗਜ਼ਾਇਟੀ ਹੁੰਦੀ, ਜਦੋਂ ਉਹਨਾਂ ਨੂੰ ਪਬਲਿਕ ਸਪੀਕਿੰਗ ਕਰਨੀ ਪੈਂਦੀ, ਕਿਤੇ ਸਪੀਚ ਕਰਨਾ ਹੋਵੇ ਜਾਂ ਲੈਕਚਰ ਕਰਨਾ ਹੋਵੇ ਪਾਰਟੀ 'ਚ, ਉਹਨਾਂ ਨੂੰ ਇੰਨਾ ਡਰ ਲੱਗਦਾ, ਇੰਨੀ ਉਹਨਾਂ ਨੂੰ ਫਿਕਰ ਹੁੰਦਾ ਵੀ ਮੈਂ ਫੇਂਟ ਹੋ ਜਾਣਾ ਜਾਂ ਮੈਂ ਰੋਂਗ ਚੀਜ਼ ਕਹਿ ਦੇਣੀ, ਫਿਰ ਉਹਨਾਂ ਨੂੰ ਪੈਨਿਕ ਹੋ ਜਾਂਦਾ, ਫਿਰ ਉਹ ਜ਼ਿਆਦਾ ਘਬਰਾ ਜਾਂਦੇ, ਕਈਆਂ ਤੋਂ ਫਿਨਿਸ਼ ਨਹੀਂ ਹੁੰਦੀ ਆਪਣੀ ਸਪੀਚ। ਤਾਂ ਦੂਜੀ ਤਰ੍ਹਾਂ ਦੀ ਐਂਗਜ਼ਾਇਟੀ ਹੁੰਦੀ ਜਿਹੜੀ ਉਹਨੂੰ ਕਹਿੰਦੇ ਹੁੰਦੇ ਸੋਸ਼ਲ ਐਂਗਜ਼ਾਇਟੀ। ਉਹ ਹੁੰਦੀ ਹੈ ਜਦੋਂ ਤੁਸੀਂ ਜਿੱਦਾਂ ਹੁਣ ਤੁਸੀਂ ਸਕੂਲ, ਜਿੱਦਾਂ ਬੱਚਾ ਸਕੂਲ 'ਚ ਪੜ੍ਹਦਾ ਹੁੰਦਾ, ਜੇ ਉਹਨਾਂ ਨੂੰ ਸਕੂਲ 'ਤੇ ਜੇ ਟੀਚਰ ਨੇ ਕੋਈ ਕੁਐਸਚਨ ਪੁੱਛੀ ਤਾਂ ਉਹਨਾਂ ਨੇ ਕੋਈ ਛੇਤੀ ਫਿਰ ਜਵਾਬ ਨਹੀਂ ਆਇਆ, ਉਹਨਾਂ ਨੂੰ ਡਰ ਲੱਗਦਾ ਵੀ ਟੀਚਰ ਨੇ ਹੱਸਣ ਲੱਗ ਪੈਣਾ ਜਾਂ ਨਿਆਣਿਆਂ ਨੇ ਕਹਿਣਾ ਵੀ ਡੰਮ ਜਿਹਾ ਨਿਆਣਾ, ਉਹਨੂੰ ਕੁਛ ਆਉਂਦਾ ਨਹੀਂ। ਫਿਰ ਇਹ ਵੀ ਇੱਦਾਂ ਦੀ ਸੋਸ਼ਲ ਐਂਗਜ਼ਾਇਟੀ, ਫਿਰ ਕਈ ਨਿਆਣੇ ਡਰਦੇ ਵੀ ਮੈਂ ਸਕੂਲ ਨੂੰ ਨਹੀਂ ਜਾਣਾ, ਫਿਰ ਮੈਨੂੰ ਸਾਰਿਆਂ ਨੇ ਮੇਰਾ ਮਖੌਲ ਕਰਨਾ। ਅਤੇ ਤੀਜੀ ਤਰ੍ਹਾਂ ਦੀ ਐਂਗਜ਼ਾਇਟੀ ਹੁੰਦੀ ਹੈ ਜਿਹੜੀ ਜਨਰਲਾਈਜ਼ ਐਂਗਜ਼ਾਇਟੀ ਡਿਸਆਰਡਰ ਹੁੰਦੀ ਆ। ਉਹ ਹੁੰਦੀ ਹੈ ਵੀ ਜਿਹੜੇ ਨਿਆਣਿਆਂ ਨੂੰ ਜਿੱਦਾਂ ਉਹ ਜ਼ਿਆਦਾ ਐਂਗਜ਼ਾਇਟੀ ਆਉਂਦੀ ਹੈ, ਜ਼ਿਆਦਾ ਫਿਕਰ ਕਰਦੇ ਆ ਵੀ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਜੇ ਰਾਤ ਨੂੰ ਉਹਨਾਂ ਦਾ ਐਗਜ਼ਾਮ ਹੁੰਦਾ ਆ, ਫਿਰ ਉਹਨਾਂ ਨੂੰ ਸਾਰੀ ਰਾਤ ਜਾਗਦੇ ਰਹਿੰਦੇ ਆ ਵੀ ਮੈਂ ਫੇਲ ਨਾ ਹੋ ਜਾਵਾਂ। ਕਈਆਂ ਨੂੰ ਹੁੰਦੇ ਜਿੱਦਾਂ ਮਾੜੇ ਸੁਪਨੇ ਆਉਂਦੇ ਰਾਤ ਨੂੰ, ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਜੇ ਐਗਜ਼ਾਮਪਲ ਹੁੰਦਾ ਜੇ ਨਿਆਣਿਆਂ ਦਾ ਕਿਸੇ ਕਾਰ ਐਕਸੀਡੈਂਟ 'ਚ ਹੋਵੇ ਤਾਂ ਉਹਨਾਂ ਨੂੰ ਫਿਰ ਸਾਰੀ ਰਾਤ ਨੀਂਦ ਨਹੀਂ ਆਉਂਦੀ, ਫਿਰ ਸਵੇਰ ਨੂੰ ਉਹਨਾਂ ਨੂੰ ਡਰ ਹੁੰਦਾ ਵੀ ਮੈਂ ਹੁਣ ਸਕੂਲ ਨੂੰ ਜਾਣਾ, ਕਾਰ 'ਚ ਮੈਨੂੰ ਜਾਣਾ ਪੈਣਾ, ਫਿਰ ਮੈਂ ਕਿੱਦਾਂ ਜਾਊਂਗਾ। ਫਿਰ ਉਹ ਡਰਦੇ ਰਹਿੰਦੇ ਵੀ ਜਾਂਦੇ ਨਹੀਂ, ਡਰਦੇ ਕਰਕੇ। ਇੱਕ ਫੈਕਟ ਆ ਵੀ ਜਿੱਦਾਂ ਜਿਹੜੀ ਐਂਗਜ਼ਾਇਟੀ ਹੁੰਦੀ ਹੈ ਬਹੁਤ ਕਾਮਨ ਚੀਜ਼ ਆ ਨਿਆਣਿਆਂ 'ਚੋਂ। 20% ਜਿਹੜੇ ਸਾਡੇ ਨਿਆਣਿਆਂ ਨੂੰ, ਬੱਚਿਆਂ 'ਚ ਐਂਗਜ਼ਾਇਟੀ ਹੁੰਦੀ ਹੈ। ਇਹਦਾ ਮਤਲਬ ਜਿਹੜੇ 5 ਨਿਆਣੇ ਆ ਉਹਨਾਂ 'ਚੋਂ ਇੱਕ ਜਾਣੇ ਨੂੰ ਐਂਗਜ਼ਾਇਟੀ ਹੋਣੀ, ਤਾਂ ਨਾਲੇ ਉਹ ਸੀਰੀਅਸ ਐਂਗਜ਼ਾਇਟੀ ਹੁੰਦੀ ਆ। ਤਾਂ ਜਿਹੜੇ ਅਸੀਂ ਮਾਪੇ ਆ, ਤਾਂ ਜਿਹੜੇ ਐਜੂਕੇਟਰ, ਸਾਨੂੰ ਦੇਖਣਾ ਚਾਹੀਦਾ ਜਿਹੜੇ ਸਾਈਨ ਹੁੰਦੇ ਐਂਗਜ਼ਾਇਟੀ, ਜਿਹੜੀ ਨਿਸ਼ਾਨੀਆਂ ਆ। ਮੈਂ ਤੁਹਾਨੂੰ 5 ਨਿਸ਼ਾਨੀਆਂ ਦੱਸਣੀਆਂ ਜਿਹੜੀਆਂ ਐਂਗਜ਼ਾਇਟੀ ਦੀਆਂ ਤੁਹਾਨੂੰ ਦੇਖਣੀਆਂ ਚਾਹੀਦੀਆਂ, ਤੁਹਾਨੂੰ ਨੋਟ ਕਰਨਾ ਚਾਹੀਦਾ। ਇੱਕ ਤਾਂ ਹੁੰਦੀ ਜਿਹੜੀ ਚੇਂਜ ਹੁੰਦੀ ਆਪਣੀ ਬਿਹੇਵੀਅਰ 'ਚ ਨਿਆਣਿਆਂ ਦੀ, ਤੁਸੀਂ ਨੋਟ ਕਰੋ ਵੀ ਜਿੱਦਾਂ ਅੱਗੇ ਹੁੰਦੇ ਸੀਗੇ ਅੱਜ ਹੁਣ ਚੇਂਜ ਹੋ ਗਏ, ਤੁਸੀਂ ਨੋਟ ਕਰਿਆ ਕਰੋ। ਅਤੇ ਦੂਜੀ ਗੱਲ ਇਹ ਵੀ ਕਈ ਨਿਆਣਿਆਂ ਨੂੰ ਨੀਂਦ ਨਹੀਂ ਆਉਂਦੀ ਜਦੋਂ ਉਹਨਾਂ ਨੂੰ ਐਂਗਜ਼ਾਇਟੀ ਜ਼ਿਆਦਾ ਹੁੰਦੀ ਆ। ਤਾਂ ਤੀਜੀ ਗੱਲ ਇਹ ਆ ਵੀ ਉਹ ਸੋਸ਼ਲੀ ਵਿਥਡਰਾ ਹੋਣ ਲੱਗ ਪੈਂਦੇ, ਆਪਣੇ ਫਰੈਂਡਾਂ ਕੋਲ ਜਾਣਾ ਨਹੀਂ ਮੰਗਦੇ, ਜਾਂ ਸਕੂਲ ਨੂੰ ਨਹੀਂ ਜਾਣਾ ਮੰਗਦੇ, ਜਾਂ ਕਿਸੇ ਨਾਲ ਬੋਲਣਾ ਨਹੀਂ ਮੰਗਦੇ। ਚੌਥੀ ਗੱਲ ਹੈ ਵੀ ਉਹ ਜਿਹੜੇ ਕੰਮ ਅੱਗੇ ਕਰਦੇ ਹੁੰਦੇ ਸੀ, ਜਿੱਦਾਂ ਸਾਕਰ ਖੇਡਦੇ ਹੁੰਦੇ ਸੀ ਜਾਂ ਆਪਣੇ ਫਰੈਂਡਾਂ ਨਾਲ ਬਾਹਰ ਜਾ ਕੇ ਖੇਡਦੇ ਹੁੰਦੇ ਸੀ, ਉਹ ਕਹਿੰਦੇ ਮੰਮੀ ਮੈਂ ਹੁਣ ਜਾਣਾ ਨਹੀਂ, ਮੈਂ ਘਰ ਰਹਿਣਾ ਹੈ, ਮੇਰਾ ਚਿੱਤ ਨਹੀਂ ਕਰਦਾ। ਤਾਂ ਪੰਜਵੀਂ ਗੱਲ ਇਹ ਨਿਸ਼ਾਨੀ ਹੁੰਦੀ ਹੈ ਵੀ ਜਦੋਂ ਨਿਆਣੇ ਆਪਣੇ ਆਪ ਨੂੰ ਸੈਲਫ ਹਾਰਮ ਕਰਦੇ ਹੁੰਦੇ, ਜਾਂ ਆਪਣੇ ਆਪ ਨੂੰ ਮਾਰਨ ਨੂੰ ਕੋਸ਼ਿਸ਼ ਕਰਦੇ ਆ, ਜਾਂ ਆਪਣੀ ਬਾਹਾਂ ਨੂੰ ਕੱਟਦੇ ਆ, ਜਾਂ ਉੱਦਾਂ ਬਾਡੀ ਨੂੰ ਖਰਾਬ ਕਰਦੇ ਆ। 2 ਰੀਜ਼ਨ ਹੁੰਦੇ ਵਿੱਚ ਜਿਹੜੀ ਐਂਗਜ਼ਾਇਟੀ ਕਾਹਤੇ ਹੁੰਦੀ ਆ। ਪਹਿਲਾ ਰੀਜ਼ਨ ਹੈਗਾ ਜਿਹੜੀ ਜੈਨੇਟਿਕਸ ਹੁੰਦੀ ਆ, ਆਪਣੀ ਫੈਮਿਲੀ ਦੀ ਹਿਸਟਰੀ ਆ। ਜੇ ਤੁਹਾਡੀ ਭੂਆ ਜਾਂ ਮੰਮੀ ਜਾਂ ਭਰਾ ਜਾਂ ਮਾਮਾ ਜਾਂ ਸਿਸਟਰ ਜਾਂ ਬ੍ਰਦਰ ਨੂੰ ਐਂਗਜ਼ਾਇਟੀ ਹੋਵੇ, ਹਾਈ ਚਾਂਸ ਹੁੰਦੇ ਵੀ ਤੁਹਾਡੇ ਬੱਚਿਆਂ ਨੂੰ ਵੀ ਐਂਗਜ਼ਾਇਟੀ ਹੋਵੇ। ਸੋ ਤੁਸੀਂ ਨੋਟ ਕਰਿਆ ਕਰੋ ਵੀ ਸਾਡੀ ਫੈਮਿਲੀ 'ਚ ਸ਼ਾਇਦ ਤੁਹਾਨੂੰ ਆਪ ਵੀ ਐਂਗਜ਼ਾਇਟੀ ਹੋਵੇ, ਫਿਰ ਹਾਈ ਚਾਂਸ ਹੁੰਦੇ ਵੀ ਤੁਹਾਡੇ ਨਿਆਣਿਆਂ ਨੂੰ ਵੀ ਐਂਗਜ਼ਾਇਟੀ ਹੋਊਗੀ। ਅਤੇ ਦੂਜੀ ਗੱਲ ਜਿਹੜੀ ਰੀਜ਼ਨ ਐਂਗਜ਼ਾਇਟੀ ਹੁੰਦੀ ਆ, ਜਿਹੜੇ ਲਾਈਫ ਦੇ ਐਕਸਪੀਰੀਅੰਸ ਹੁੰਦੇ, ਇਹ ਖਾਸ ਰੀਜ਼ਨ ਹੁੰਦੇ ਆ। ਜਿੱਦਾਂ ਨਿਆਣਿਆਂ ਨੂੰ, ਜਿੱਦਾਂ ਜਦੋਂ ਸਕੂਲ 'ਚ ਜਿਹੜੇ ਨਿਆਣੇ ਬੁਲੀ ਕਰਦੇ ਹੁੰਦੇ ਨਿਆਣਿਆਂ ਨੂੰ, ਨਿਆਣਿਆਂ ਨੂੰ ਤੰਗ ਕਰਨਾ, ਇਹ ਇੱਕ ਗੱਲ ਹੁੰਦੀ ਆ। ਤਾਂ ਇੱਕ ਹੋਰ ਰੀਜ਼ਨ ਹੈਗਾ ਵੀ ਜਿੱਦਾਂ ਜੇ ਤੁਹਾਡੇ ਘਰ 'ਚ ਅੱਗ ਲੱਗ ਜਾਵੇ, ਜਾਂ ਫਾਇਰ ਜਦੋਂ ਹੁੰਦਾ ਆ, ਫਿਰ ਨਿਆਣੇ ਡਰਦੇ, ਉਹਨਾਂ ਨੂੰ ਐਂਗਜ਼ਾਇਟੀ ਰਹਿੰਦੀ ਕਿ ਫਿਰ ਨਾ ਕਦੇ ਅੱਗ ਲੱਗ ਜਾਵੇ। ਤਾਂ ਹੋਰ ਰੀਜ਼ਨ ਹੁੰਦਾ ਵੀ ਜਿਹੜੇ ਮਾਂ ਪਿਓ ਜਿਹੜੇ ਲੜਦੇ ਬਹੁਤ ਆ ਆਪਣੇ ਘਰ 'ਚ, ਨਿਆਣਿਆਂ ਨੂੰ ਐਂਗਜ਼ਾਇਟੀ ਹੁੰਦੀ, ਉਹਨਾਂ ਨੂੰ ਡਰ ਲੱਗਦਾ ਵੀ ਮੰਮੀ ਡੈਡੀ ਲੜਦੇ ਆ, ਵੀ ਸ਼ਾਇਦ ਡਿਵੋਰਸ ਹੋ ਜਾਊਗਾ ਉਹਨਾਂ ਦਾ। ਤਾਂ ਕਈ ਨਿਆਣਿਆਂ ਦਾ ਲਾਈਫ ਐਕਸਪੀਰੀਅੰਸ ਇੱਦਾਂ ਦਾ ਹੁੰਦਾ ਵੀ ਉਹਨਾਂ ਦੇ ਮਾਂ ਪਿਓ ਉਹਨਾਂ ਨੂੰ ਕਹਿੰਦੇ ਤੈਨੂੰ ਇਹ ਲੈਣੀਆਂ ਪੈਣੀਆਂ, ਤੂੰ ਬਾਹਰ ਨਹੀਂ ਖੇਡ ਸਕਦਾ, ਤੈਨੂੰ ਪੜ੍ਹਨਾ ਪੈਣਾ, ਸਕੂਲ ਦਾ ਹੋਮਵਰਕ ਕਰ। ਫਿਰ ਉਹਨਾਂ ਨੂੰ ਸਟਰੈਸ ਰਹਿੰਦੀ, ਐਂਗਜ਼ਾਇਟੀ ਹੁੰਦੀ ਸਾਰਾ ਦਿਨ। ਸੋ ਕਈ ਨਿਆਣਿਆਂ ਨੂੰ ਸਟਰੈਸ ਹੁੰਦੀ ਹੈ ਜਾਂ ਐਂਗਜ਼ਾਇਟੀ ਹੁੰਦੀ ਕਿ ਕਾਰ ਐਕਸੀਡੈਂਟ 'ਚ ਗਏ ਸੀਗੇ,
ਤਾਂ ਉਹਨਾਂ ਨੂੰ ਫਿਰ ਉਹ ਦੀਦਾ ਰਹਿੰਦਾ ਵੀ ਕਾਰ ਐਕਸੀਡੈਂਟ ਜਦੋਂ ਕਿਸੇ ਨੂੰ ਸੱਟ ਲੱਗ ਗਈ ਜਾਂ ਆਪ ਉਹਨਾਂ ਨੂੰ ਸੱਟ ਲੱਗ ਗਈ, ਫਿਰ ਉਹ ਡਰਦੇ ਰਹਿੰਦੇ ਵੀ ਕਾਰ 'ਚ ਜਾਣਾ। ਤਾਂ ਜਦੋਂ ਐਂਗਜ਼ਾਇਟੀ ਆਉਂਦੀ ਆ 3 ਚੀਜ਼ਾਂ ਨੋਟ ਕਰਨੀਆਂ ਚਾਹੀਦੀਆਂ। ਇੱਕ ਤਾਂ ਹੁੰਦੇ ਜਿਹੜੇ ਆਪਣੇ ਥਾਟ ਹੁੰਦੇ, ਵਿਚਾਰ। ਦੂਜੀ ਗੱਲ ਇਹ ਜਿਹੜੀ ਬਾਡੀ ਦੀ ਰਿਐਕਸ਼ਨ ਹੁੰਦੀ ਆ। ਅਤੇ ਤੀਜੀ ਗੱਲ ਜਿਹੜਾ ਆਪਣਾ ਬਿਹੇਵੀਅਰ ਹੁੰਦਾ ਆ। ਜਿਹੜੇ ਥਾਟ ਹੁੰਦੇ ਆ ਤਾਂ ਜਿਹੜੇ ਉਹ ਵਿਚਾਰ ਹੁੰਦੇ ਆ, ਨਿਆਣੇ ਸੋਚਦੇ ਹੁੰਦੇ ਬੱਚੇ ਵੀ ਮੈਂ ਫੇਲ ਹੋ ਜਾਣਾ ਆਪਣਾ ਐਗਜ਼ਾਮ 'ਚ, ਫਿਰ ਉਹਨਾਂ ਨੂੰ ਜ਼ਿਆਦਾ ਐਂਗਜ਼ਾਇਟੀ ਚੜ੍ਹਦੀ ਆ। ਦੂਜੀ ਗੱਲ ਹੁੰਦੀ ਹੈ ਵੀ ਜਿੱਦਾਂ ਉਹ ਸੋਚਦੇ ਵੀ ਮੇਰੇ ਕੋਲ ਕੋਈ ਫਰੈਂਡ ਹੈ ਨਹੀਂ ਸਕੂਲੇ, ਫਿਰ ਮੈਂ ਲੰਚ ਟਾਈਮ 'ਤੇ ਮੈਂ ਕਿਹਦੇ ਨਾਲ ਗੱਲ ਕਰੂੰਗਾ, ਮੈਂ ਇਕੱਲਾ ਆ। ਅਤੇ ਤੀਜਾ ਥਾਟ ਹੁੰਦਾ ਵੀ ਮੈਨੂੰ ਸਾਰੇ ਹੱਸੂਗੇ, ਮੈਨੂੰ ਕਹੋਗੇ ਵੀ ਇਹਨੂੰ ਕੁਛ ਆਉਂਦਾ ਨਹੀਂ। ਅਤੇ ਚੌਥੀ ਗੱਲ ਇਹ ਆ ਉਹਨਾਂ ਨੂੰ ਫਿਕਰ ਹੁੰਦਾ ਵੀ ਮੈਂ ਰੋਂਗ ਗੱਲ ਕਹਿ ਦੇਣੀ, ਗਲਤ ਮੇਰੇ ਤੋਂ ਗੱਲ ਕਹਿ ਹੋ ਜਾਣੀ, ਫਿਰ ਮੈਨੂੰ ਸਾਰਿਆਂ ਨੂੰ ਦੇਖ ਕੇ ਕਹਿਣਾ ਵੀ ਇਹ ਡੰਮ ਮੁੰਡਾ ਆ ਜਾਂ ਕੁੜੀ ਆ। ਅਤੇ ਦੂਜੀ ਚੀਜ਼ ਆ ਜਿਹੜੀ ਤੇ ਬਾਡੀ ਦੇ ਸੈਂਸੇਸ਼ਨ ਹੁੰਦੇ ਆ, ਉਹ ਕਈ ਚੀਜ਼ਾਂ ਹੁੰਦੀਆਂ ਜਿਹੜੀ ਸਾਡੀ ਬਾਡੀ ਨੂੰ ਤੁਹਾਨੂੰ ਵਾਰਨਿੰਗ ਸਿਸਟਮ ਦਿੰਦੀ ਆ। ਜਿੱਦਾਂ ਜਦੋਂ ਸਿਰ ਤੁਹਾਡਾ ਘੁੰਮਣ ਲੱਗ ਪੈਂਦਾ, ਤੁਹਾਨੂੰ ਪਤਾ ਵੀ ਮੈਨੂੰ ਐਂਗਜ਼ਾਇਟੀ ਹੁੰਦੀ ਹੈ। ਜਾਂ ਜਦੋਂ ਤੁਹਾਡੇ ਹੱਥਾਂ 'ਚ ਜਦੋਂ ਹੱਥ ਸੁੱਜ ਜਾਂਦੇ ਆ ਜਾਂ ਸੌ ਜਾਂਦੇ ਹੱਥ, ਤਾਂ ਜਿਹੜੀ ਛਾਤੀ 'ਚ ਜਿੱਦਾਂ ਟਾਈਟਨੈਸ ਹੁੰਦੀ ਹੈ, ਜੇ ਗਰਮੀ ਬਹੁਤ ਆਉਣ ਲੱਗ ਪੈਂਦੀ ਆ, ਜਾਂ ਤੁਹਾਡੇ ਜਦੋਂ ਹਾਰਟ ਬੀਟ ਬਹੁਤ ਤੇਜ਼ ਚੱਲਦੀ ਆ, ਫਿਰ ਤੁਹਾਨੂੰ ਪਤਾ ਵੀ ਤੁਹਾਨੂੰ ਐਂਗਜ਼ਾਇਟੀ ਹੁੰਦੀ ਆ। ਤਾਂ ਕਈ ਬੱਚਿਆਂ ਨੂੰ ਜਿੱਦਾਂ ਕਹਿੰਦੇ ਮੇਰੇ ਦਰਦ ਹੁੰਦੀ ਆ, ਜਾਂ ਮੇਰਾ ਢਿੱਡ ਦੁਖਦਾ, ਜਾਂ ਮੈਨੂੰ ਉਲਟੀ ਆਉਂਦੀ ਆ, ਜਾਂ ਮੈਨੂੰ ਭੁੱਖ ਨਹੀਂ ਲੱਗਦੀ। ਕਈ ਨਿਆਣੇ ਦੇ ਹੱਥ ਜਿੱਦਾਂ ਕੰਬਣ ਲੱਗ ਪੈਂਦੇ ਬਹੁਤ ਛੇਤੀ। ਤਾਂ ਆਮ ਲੋਕਾਂ ਨੂੰ ਜਦੋਂ ਐਂਗਜ਼ਾਇਟੀ ਹੁੰਦੀ ਉਹਨਾਂ ਨੂੰ ਗਰਮੀ ਬਹੁਤ ਆਉਂਦੀ, ਪਸੀਨਾ ਛੇਤੀ ਆਉਂਦਾ। ਅਤੇ ਤੀਜੀ ਗੱਲ ਜਿਹੜੀ ਹੈਗੀ, ਜਿਹੜਾ ਬਿਹੇਵੀਅਰ ਆਪਣਾ ਹੁੰਦਾ ਆ, ਉਹ ਬਿਹੇਵੀਅਰ ਆਪਣਾ ਐਂਗਜ਼ਾਇਟੀ ਦੇ ਹਿਸਾਬ ਨਾਲ ਚੇਂਜ ਹੁੰਦਾ। ਹੁਣ ਜਿੱਦਾਂ ਮਾਂ ਪਏ ਆ, ਜਦੋਂ ਅਸੀਂ ਆਪ ਸੋਚੋ, ਜਦੋਂ ਅਸੀਂ ਲੇਟ ਹੁੰਦੇ ਸੀ ਕਿਸੇ ਚੀਜ਼ 'ਤੇ ਜਾਣ ਨੂੰ, ਅਸੀਂ ਨਿਆਣਿਆਂ ਨੂੰ ਖਿੱਚ ਕੇ ਪੈਂਦੇ ਆ ਵੀ ਛੇਤੀ ਕਰ ਜਲਦੀ ਜਾਣਾ, ਅਸੀਂ ਲੇਟ ਹੋ ਜਾਣਾ, ਕਿਉਂਕਿ ਸਾਨੂੰ ਐਂਗਜ਼ਾਇਟੀ ਆ ਵੀ ਅਸੀਂ ਲੇਟ ਨਾ ਹੋ ਜਾਈਏ। ਜਿਹੜੇ ਬੱਚੇ ਆ ਉਹ ਕਈ ਵਾਰੀ ਕੀ ਕਰਦੇ ਹੁੰਦੇ ਆ, ਇੱਕ ਤਾਂ ਖਿੱਚਦੇ ਵੀ ਹੁੰਦੇ ਆ, ਅਤੇ ਦੂਜੀ ਗੱਲ ਇਹ ਆ ਵੀ ਉਹ ਜਾਂਦੇ ਨਹੀਂ ਕਿਤੇ, ਉਹ ਘਰ ਰਹਿਣ ਲੱਗ ਪੈਂਦੇ ਆ। ਉਹ ਕਹਿੰਦੇ ਮੈਂ ਬਾਹਰ ਨਹੀਂ ਕਿਤੇ ਜਾਣਾ, ਜੇ ਮੈਂ ਬਾਹਰ ਗਿਆ ਮੈਂ ਤਾਂ ਕੋਈ ਗਲਤ ਗੱਲ ਕਹਿ ਹੋ ਜਾਣੀ, ਫਿਰ ਮੈਨੂੰ ਸਾਰਿਆਂ ਨੂੰ ਕਹਿਣਾ ਵੀ ਇਹਨੂੰ ਕੁਛ ਆਉਂਦਾ ਨਹੀਂ। ਜਾਂ ਕਈ ਨਿਆਣਿਆਂ ਦੇ ਜਿਹਦੇ ਨਾਲ ਘਰ 'ਚ ਚੋਰੀ ਹੋ ਜਾਂਦੀ ਆ, ਉਹ ਡਰਦੇ ਆ ਵੀ ਖਰੇ ਸਾਡੇ ਚੋਰਾਂ ਨੇ ਫੇਰ ਸਾਡੇ ਘਰ 'ਚ ਆ ਜਾਣਾ, ਫਿਰ ਸਾਨੂੰ ਉਹਨਾਂ ਨੂੰ ਮਾਰ ਦੇਣਾ ਜਾਂ ਕੁੱਟ ਦੇਣਾ ਜਾਂ ਚੀਜ਼ਾਂ ਹੋਰ ਲੈ ਜਾਊਗੀ ਮੇਰੇ ਸਾਹਮਣੇ, ਉਹ ਡਰਦੇ ਆ। ਕਈ ਨਿਆਣੇ ਡਰਦੇ ਕੁੱਤਿਆਂ ਤੋਂ, ਕਹਿੰਦੇ ਵੀ ਜਦੋਂ ਇੱਕ ਵਾਰੀ ਜਦੋਂ ਸ਼ਾਇਦ ਉਹਨਾਂ ਨੇ ਕੁੱਤਿਆਂ ਨੇ ਉਹਨਾਂ ਨੂੰ ਸ਼ਾਇਦ ਉਹਨਾਂ ਦੇ ਦੰਦੀ ਵੱਢ ਦਿੱਤੀ ਹੋਊਗੀ, ਫਿਰ ਜਦੋਂ ਸੁਣਦੇ ਜਦੋਂ ਕੁੱਤਾ ਭੌਂਕਦਾ ਉਹਨਾਂ ਨੂੰ ਡਰ ਲੱਗ ਜਾਂਦਾ, ਐਂਗਜ਼ਾਇਟੀ ਜ਼ਿਆਦਾ ਹੋ ਜਾਂਦੀ ਆ। ਅਤੇ ਜਦੋਂ ਐਂਗਜ਼ਾਇਟੀ ਕਈ ਨਿਆਣਿਆਂ 'ਚ ਹੁੰਦੀ ਆ, ਉਹ ਕਈ ਤਰੀਕਿਆਂ ਨਾਲ ਹੈਂਡਲ ਕਰਦੇ ਆ। ਕਈ ਨਿਆਣਿਆਂ ਨੂੰ ਪਤਾ ਨਹੀਂ ਹੁੰਦਾ, ਪਰ ਮਾਂ ਪਿਓ ਨੂੰ ਹੁਣ ਰੈਕਗਨਾਈਜ਼ ਕਰਨਾ ਚਾਹੀਦਾ ਵੀ ਜਦੋਂ ਪਹਿਲਾ ਦਿਨ ਸਕੂਲ ਦਾ ਹੁੰਦਾ, ਕਈ ਨਿਆਣੇ ਇੱਦਾਂ ਆਪਣੇ ਮੰਮੀ ਡੈਡੀ ਨੂੰ ਟੁੱਟ ਕੇ ਪੈਂਦੇ ਆ, ਜਿੱਦਾਂ ਲੜਾਈ ਕਰਦੇ ਆ, ਤਾਂ ਉਹਨਾਂ ਨੂੰ ਫਿਰ ਮੰਮੀ ਡੈਡੀ ਨੂੰ ਰੈਕਗਨਾਈਜ਼ ਕਰਨੀ ਚਾਹੀਦੀ ਆ ਵੀ ਉਹ ਤਾਂ ਮੇਰੇ ਨਾਲ ਖਿੱਚ ਕੇ ਪੈਂਦਾ ਆ ਕਿਉਂਕਿ ਇਹਨੂੰ ਐਂਗਜ਼ਾਇਟੀ ਆ। ਫਿਰ ਨਿਆਣਾ ਸੋਚਦਾ ਹੋਗਾ ਵੀ ਮੇਰੇ ਫਰੈਂਡ ਨਹੀਂ ਹੋਣੇ ਸਕੂਲ 'ਚ, ਜਾਂ ਮੈਨੂੰ ਟੀਚਰ ਦਾ ਨਹੀਂ ਪਤਾ, ਜਾਂ ਮੈਨੂੰ ਕੁਛ ਆਉਣਾ ਨਹੀਂ, ਜਾਂ ਮੈਨੂੰ ਬਾਤ ਨਹੀਂ ਆਉਂਦੀ, ਕਈ ਰੀਜ਼ਨ ਹੁੰਦੇ ਆ। ਅਤੇ ਜਦੋਂ ਬੱਚਿਆਂ ਨੂੰ ਐਂਗਜ਼ਾਇਟੀ ਹੁੰਦੀ ਆ, ਉਹਨਾਂ ਕੋਲ 3 ਐਕਸਪੀਰੀਅੰਸ ਹੁੰਦੇ। ਇੱਕ ਤਾਂ ਜਿਹੜੇ ਫਾਈਟ ਨੇ, ਜਿਹਨੂੰ ਕਹਿੰਦੇ ਫਾਈਟ, ਜਿਹੜਾ ਲੜਨਾ ਹੁੰਦਾ। ਦੂਜੀ ਐਕਸਪੀਰੀਅੰਸ ਹੁੰਦੀ ਜਿਹੜੀ ਫਲਾਈਟ, ਜਿਹੜਾ ਵੀ ਦੌੜਨਾ ਹੁੰਦਾ। ਅਤੇ ਤੀਜੀ ਐਕਸਪੀਰੀਅੰਸ ਹੁੰਦੀ ਵੀ ਜਿਹੜਾ ਫਰੀਜ਼ ਕਰਨਾ, ਜਿਹੜਾ ਮੂਵ ਨਹੀਂ ਹੁੰਦਾ, ਹਿਲ ਨਹੀਂ ਹੁੰਦਾ। ਹੁਣ ਜਿੱਦਾਂ ਐਗਜ਼ਾਮਪਲ ਮੈਂ ਤੁਹਾਨੂੰ ਦਿੰਦੀ ਹਾਂ ਕਿ ਜਿੱਦਾਂ ਸਕੰਕ ਆਵੇ, ਜੇ ਤੁਸੀਂ ਕਿਤੇ ਦਰੱਖਤਾਂ 'ਚ ਤੁਰਦੇ ਜਾਂਦੇ ਹੋਣ ਤਾਂ ਸਕੰਕ ਆ ਜਾਵੇ, ਸਾਰਿਆਂ ਨੂੰ ਡਰ ਤਾਂ ਹੁੰਦਾ ਹੀ ਆ ਵੀ ਜਦੋਂ ਸਕੰਕ ਆ ਗਿਆ ਉਹਨੇ ਸਮੈਲ ਕੱਢਣੀ, ਬਹੁਤ ਬੁਰੀ ਸਮੈਲ ਆਊਗੀ ਸਾਡੇ ਕੱਪੜਿਆਂ 'ਤੇ, ਬਾਲਾਂ 'ਤੇ। ਫਿਰ ਸਾਨੂੰ ਬਾਡੀ ਦਾ ਰਿਸਪੌਂਸ ਹੁੰਦਾ ਵੀ ਗਰਮੀ ਆਉਣ ਲੱਗ ਪੈਂਦੀ, ਅਸੀਂ ਡਰ ਜਾਂਦੇ ਵੀ ਹਾਏ ਸਾਡੇ ਸਟਿੰਕ ਆ ਜਾਣੀ, ਕੱਪੜਿਆਂ ਨੂੰ ਖਰਾਬ ਕਰ ਦੇਣਾ। ਫਿਰ ਸਾਡਾ ਹਾਰਟ ਬੀਟ ਬਹੁਤ ਛੇਤੀ ਚੱਲਣ ਲੱਗ ਪੈਂਦਾ, ਫਿਰ ਸਾਡੇ ਮਸਲ ਵੀ ਸਟੈਂਸ ਹੋ ਜਾਂਦੇ, ਸਟਿਫ ਹੋ ਜਾਂਦੇ ਆ। ਤਾਂ ਫਿਰ ਅਸੀਂ ਸੋਚਦੇ ਜਾਂ ਮੈਂ ਇੱਥੇ ਖੜ੍ਹ ਜਾਵਾਂ, ਮੈਂ ਸਟਿਲ, ਜਿੱਦਾਂ ਹਿੱਲਣਾ ਨਹੀਂ, ਜਾਂ ਮੈਂ ਦੌੜਾਂ। ਅਤੇ ਫਿਰ ਤੁਸੀਂ ਇੱਦਾਂ ਸੋਚਦੇ ਹੁੰਦੇ ਵੀ ਮੈਂ ਕਿੱਦਾਂ ਅਵੋਇਡ ਕਰਾਂ ਐਂਗਜ਼ਾਇਟੀ। ਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸਿਰਫ ਜਿਹੜੀ ਐਂਗਜ਼ਾਇਟੀ ਹੁੰਦੀ ਹੈ ਨੋਰਮਲ ਚੀਜ਼ ਆ, ਸਾਰਿਆਂ ਨੂੰ ਐਂਗਜ਼ਾਇਟੀ ਹੋਣੀ ਚਾਹੀਦੀ ਆ, ਸਾਨੂੰ ਚਾਹੀਦੀ ਐਂਗਜ਼ਾਇਟੀ। ਪਰ ਐਸਾ ਟਾਈਮ ਆ ਜਾਂਦਾ ਬੱਚਿਆਂ ਦੀ ਲਾਈਫ 'ਚ ਜਦੋਂ ਐਂਗਜ਼ਾਇਟੀ ਇੰਨੀ ਜ਼ਿਆਦਾ ਖਰਾਬ ਹੋ ਜਾਂਦੀ ਆ ਵੀ ਉਹਨਾਂ ਦੀ ਲਾਈਫ ਪ੍ਰੋਬਲਮ ਹੋ ਜਾਂਦੀ, ਸੀਰੀਅਸ ਪ੍ਰੋਬਲਮਾਂ ਹੋ ਜਾਂਦੀਆਂ। ਕਈ ਵਾਰੀ ਜਿੱਦਾਂ ਨਿਆਣੇ ਹੁਣ ਜਿੱਦਾਂ ਕੋਈ ਇੰਪੋਰਟੈਂਟ ਚੀਜ਼ ਹੁੰਦੀ, ਜਿੱਦਾਂ ਸਕੂਲ ਨੂੰ ਜਾਣਾ ਹੁੰਦਾ, ਰੋਜ਼ ਜਾਣਾ ਹੁੰਦਾ, ਕਈ ਨਿਆਣੇ ਡਰਨ ਲੱਗ ਪੈਂਦੇ, ਫਿਰ ਉਹ ਘਰ ਨਹੀਂ ਆਪਣਾ ਛੱਡਣਾ ਮੰਗਦੇ, ਕਹਿੰਦੇ ਵੀ ਜੇ ਮੈਂ ਕਾਰ 'ਚ ਗਿਆ ਫਿਰ ਮੈਨੂੰ ਕਾਰ ਐਕਸੀਡੈਂਟ ਹੋ ਗਈ, ਅੱਗੇ ਵੀ ਇੱਦਾਂ ਹੋਇਆ ਸਾ, ਹੁਣ ਨਹੀਂ ਮੈਂ ਕਾਰ 'ਚ ਜਾਣਾ, ਮੈਂ ਘਰੇ ਰਹਿਣਾ। ਜਾਂ ਕਈ ਨਿਆਣੇ ਇੰਨਾ ਡਰਦੇ ਕਾਰਾਂ 'ਚ ਜਾਣਾ, ਉਹਨਾਂ ਨੂੰ ਡਰਾਈਵਰਸ ਲਾਇਸੈਂਸ ਨਹੀਂ ਲੈ ਹੁੰਦਾ, ਫਿਰ ਸਿੱਖਦੇ ਨਹੀਂ ਕਾਰ ਚਲਾਉਣੀ, ਕਿਉਂਕਿ ਉਹਨਾਂ ਨੂੰ ਉਹ ਘਬਰਾਉਂਦੇ ਜ਼ਿਆਦਾ। ਤਾਂ ਸਾਡੀ ਜੋਬ ਆ, ਜਿਹੜੇ ਮਾਂ ਪਿਓ ਆ, ਸਾਨੂੰ ਨੋਟਿਸ ਕਰਨਾ ਚਾਹੀਦਾ ਜਦੋਂ ਸਾਡੇ ਨਿਆਣਿਆਂ ਨੂੰ ਐਂਗਜ਼ਾਇਟੀ ਹੁੰਦੀ ਆ, ਕਿਉਂਕਿ ਜੇ ਉਹਨਾਂ ਨੂੰ ਇੰਨੀ ਐਂਗਜ਼ਾਇਟੀ ਹੁੰਦੀ ਆ, ਪ੍ਰੋਬਲਮਾਂ ਹੋ ਜਾਂਦੀਆਂ ਲਾਈਫ 'ਚ, ਜਿੱਦਾਂ ਉਹ ਪੜ੍ਹਦੇ ਨਹੀਂ ਚੱਜ ਨਾਲ, ਫਿਰ ਯੂਨੀਵਰਸਿਟੀ ਨਹੀਂ ਜਾਂਦੇ, ਜਾਂ ਉਹਨਾਂ ਨੂੰ ਜੋਬਾਂ ਨਹੀਂ ਮਿਲਦੀਆਂ, ਜਾਂ ਉਹਨਾਂ ਨਾਲ ਵਿਆਹ ਸ਼ਾਦੀ ਨਹੀਂ ਹੁੰਦੇ, ਉਹਨਾਂ ਦੇ ਫਰੈਂਡ ਨਹੀਂ ਉਹਨਾਂ ਨੂੰ ਬਣਦੇ,
ਹੋਰ ਗੱਲਾਂ ਕਈ ਹੁੰਦੀਆਂ, ਕਈ ਨਿਆਣੇ ਇੱਦਾਂ ਕਰਦੇ ਉਹਨਾਂ ਦੇ ਫਰੈਂਡ ਨਹੀਂ ਬਣਦੇ, ਫਿਰ ਉਹ ਲੋਨਲੀ ਹੋ ਜਾਂਦੇ। ਫਿਰ ਜਦੋਂ ਲੋਨਲੀ ਹੁੰਦੇ ਆ ਫਿਰ ਕਈ ਬੱਚੇ ਜਿਹੜੇ ਹੁੰਦੇ ਉਹ ਸ਼ਰਾਬ ਪੀਣ ਲੱਗ ਪੈਂਦੇ, ਜਾਂ ਡਰੱਗ ਖਾਣ ਲੱਗ ਪੈਂਦੇ, ਜਾਂ ਸਿਗਰਟਾਂ ਪੀਣ ਲੱਗ ਪੈਂਦੇ ਆ। ਇਸ ਕਰਕੇ ਜਿਹੜੇ ਪੇਰੈਂਟਸ ਹੁੰਦੇ ਆ, ਮਾਂ ਪਿਓ, ਉਹਨਾਂ ਦੀ ਜੌਬ ਬਹੁਤ ਇੰਪੋਰਟੈਂਟ ਹੈ ਵੀ ਨੋਟਿਸ ਕਰਨਾ ਜਦੋਂ ਤੁਹਾਡੇ ਬੱਚਿਆਂ ਨੂੰ ਐਂਜ਼ਾਈਟੀ ਹੁੰਦੀ ਆ। ਸਾਡੀ ਜੌਬ ਹੈਗੀ ਵੀ ਉਹਨਾਂ ਨੂੰ ਹੈਲਪ ਕਰਨਾ ਵੀ ਕਿੱਦਾਂ ਮੈਨੇਜ ਕਰਨੀ ਆਪਣੀ ਐਂਜ਼ਾਈਟੀ। ਤਾਂ ਮੈਂ ਤੁਹਾਨੂੰ ਹੁਣ ਥੋੜ੍ਹੇ ਤਰੀਕੇ ਦੇਣੇ ਵੀ ਜਿਹੜੇ ਤੁਸੀਂ ਐਂਜ਼ਾਈਟੀ ਬੱਚਿਆਂ ਦੀ ਮੈਨੇਜ ਕਰ ਸਕਦੇ ਆ। ਇੱਕ ਤਾਂ ਤੁਸੀਂ ਉਹਨਾਂ ਨੂੰ ਲਿਸਨ ਕਰਿਆ ਕਰੋ, ਜਦੋਂ ਤੁਹਾਨੂੰ ਕੋਈ ਗੱਲ ਦੱਸਦੇ ਉਹਨਾਂ ਦੀ ਗੱਲ ਸੁਣਿਆ ਕਰੋ ਕਿ ਤੁਹਾਨੂੰ ਦੱਸਦੇ ਕਿ ਮੇਰੀ ਫੀਲਿੰਗ ਇੱਦਾਂ ਦੇ ਆ। ਅਤੇ ਹੋਰ ਇੱਕ ਗੱਲ ਇਹ ਆ ਵੀ ਉਹਨਾਂ ਦੇ ਲਾਈਫ ਦੇ ਵਿੱਚ ਤੁਹਾਨੂੰ ਇਨਵੋਲਵਮੈਂਟ ਹੋਣੀ ਚਾਹੀਦੀ ਆ। ਇਹ ਨਹੀਂ ਵੀ ਜਦੋਂ ਸਕੂਲੋਂ ਆਉਂਦੇ ਆ ਤੁਸੀਂ ਆਪਣੇ ਰੂਮ 'ਚ ਜਾ ਕੇ ਸੌ ਜਾਣਾ ਜਾਂ TV ਦੇਖਣ ਲੱਗ ਪੈਣੀ। ਤੁਸੀਂ ਆਪਣੇ ਨਿਆਣਿਆਂ ਨਾਲ ਟਾਈਮ ਸਪੈਂਡ ਕਰਿਆ ਕਰੋ। ਉਹਨਾਂ ਨੂੰ ਜੇ ਉਹ ਹੋਮਵਰਕ ਕਰਦੇ ਨਾਲ ਬਹਿ ਲਓ ਉਹਨਾਂ ਨਾਲ, ਜੇ ਬਾਹਰ ਜਾਂਦੇ ਨਾਲ ਉਹਨਾਂ ਨੂੰ ਦੇਖੋ ਕੀ ਕਰਦੇ ਆ, ਉਹਨਾਂ ਨਾਲ ਟਾਈਮ ਸਪੈਂਡ ਕਰੋ, ਇਨਵੋਲਵਡ ਆਪਣੀ ਰੱਖੋ ਲਾਈਫ 'ਚ। ਤਾਂ ਇੱਕ ਹੋਰ ਗੱਲ ਇਹ ਆ ਵੀ ਜਦੋਂ ਉਹਨਾਂ ਨੂੰ ਡਿਫੀਕਲਟੀ ਆਉਂਦੀ ਲਾਈਫ 'ਚ ਤੁਸੀਂ ਉਹਨਾਂ ਨੂੰ ਸਪੋਰਟ ਦਿਆ ਕਰੋ। ਅਤੇ ਜਦੋਂ ਤੁਸੀਂ ਤੁਹਾਨੂੰ ਆਪਣੀ ਗੱਲ ਦੱਸਦੇ, ਕੋਈ ਦੁੱਖ ਸੁੱਖ ਹੋਵੇ, ਤੁਸੀਂ ਅੰਡਰਸਟੈਂਡ ਕਰਿਆ ਕਰੋ ਕਿ ਇੱਦਾਂ ਕਾਹਤੇ ਫੀਲ ਕਰਦੇ, ਉਹਨਾਂ ਨੂੰ ਸਮਝਾਵੋ ਕਿ ਤੈਨੂੰ ਇੱਦਾਂ ਫੀਲ ਤਾਂ ਹੁੰਦਾ ਆ ਵੀ ਆਹ ਰੀਜ਼ਨ ਆ। ਅਤੇ ਜਦੋਂ ਤੁਹਾਨੂੰ ਦੱਸਦੇ ਫਿਰ ਮੈਨੂੰ ਆਹ ਗੱਲ ਪ੍ਰੋਬਲਮ ਆ, ਤੁਸੀਂ ਉਹਨੂੰ ਸੀਰੀਅਸ ਲਿਆ ਕਰੋ। ਇਹ ਤਾਂ ਨਹੀਂ ਵੀ ਤੁਸੀਂ ਉਹਨਾਂ ਨੂੰ ਹੱਸਣ ਲੱਗ ਪੈਣਾ ਜਾਂ ਉਹਨਾਂ ਨੂੰ ਜੱਜਮੈਂਟ ਕਰ ਦੇਣੀ ਜਾਂ ਕਹਿਣਾ ਤੂੰ ਐਵੇਂ ਕਰਦਾ ਆ, ਐਵੇਂ ਕਹੀ ਜਾਂਦਾ, ਤੈਨੂੰ ਕੁਛ ਪਤਾ ਹੈ ਨਹੀਂ, ਐਵੇਂ ਕਹਿੰਦਾ ਇੱਦਾਂ। ਅਤੇ ਨਾਲੇ ਉਹਨਾਂ ਨੂੰ ਤੁਹਾਨੂੰ ਇਨਕਰੇਜ ਕਰਨਾ ਚਾਹੀਦਾ ਜਿਹੜੇ ਉਹਨਾਂ ਦੇ ਇੰਟਰਸਟ ਹੁੰਦੇ ਆ। ਇਹ ਤਾਂ ਨਹੀਂ ਵੀ ਸਾਰਾ ਦਿਨ ਸਕੂਲ ਦੇ ਹੀ ਰਹਿਣਾ, ਫਿਰ ਘਰ ਨੂੰ ਆ ਕੇ ਹੋਮਵਰਕ ਕਰਨਾ। ਜਿਹੜੇ ਬੱਚੇ ਆ ਉਹਨਾਂ ਨੂੰ ਸਾਰੀਆਂ ਚੀਜ਼ਾਂ ਚਾਹੀਦੀਆਂ, ਜਿੱਦਾਂ ਵੀ ਜਦੋਂ ਬੱਚੇ ਤਾਂ ਵੱਧਦੇ ਫੁੱਲਦੇ ਆ ਵੀ ਜਦੋਂ ਪਿਆਨੋ ਦਾ ਲੈਸਨ ਜੇ ਉਹ ਮੰਗਦੇ ਆ ਤੁਸੀਂ ਉਹਨਾਂ ਨੂੰ ਪਿਆਨੋ ਲੈਸਨ 'ਚ ਇਨਰੋਲ ਕਰ ਦਿਓ। ਜੋ ਕਹਿੰਦੇ ਮੈਂ ਬਾਸਕਟਬਾਲ ਖੇਡਣਾ ਫਿਰ ਤੁਸੀਂ ਉਹਨਾਂ ਨੂੰ ਇਨਕਰੇਜ ਕਰੋ ਬਾਸਕਟਬਾਲ ਖੇਡਣ ਨੂੰ। ਉਹਨਾਂ ਨੂੰ ਕਈ ਤਰ੍ਹਾਂ ਦੇ ਇੰਟਰਸਟ ਚਾਹੀਦੇ ਆ, ਨਹੀਂ ਤਾਂ ਉਹ ਸਾਰਾ ਦਿਨ ਘਰ ਬੈਠੇ ਉਹਨਾਂ ਨੂੰ ਐਂਜ਼ਾਈਟੀ ਹੁੰਦੀ ਆ ਕਿਉਂਕਿ ਉਹਨਾਂ ਕੋਲ ਇੰਟਰਸਟ ਨਹੀਂ ਹੁੰਦਾ, ਕੋਈ ਸ਼ੌਕ ਨਹੀਂ ਹੁੰਦਾ ਲਾਈਫ 'ਚ। ਅਤੇ ਹੋਰ ਇੱਕ ਚੀਜ਼ ਜਿਹੜਾ ਤਰੀਕਾ ਆ ਇਹ ਵੀ ਜਿੱਦਾਂ ਜਿਹੜੇ ਨਿਆਣੇ ਹੁੰਦੇ ਉਹਨਾਂ ਨੂੰ ਸਾਰਿਆਂ ਨੂੰ ਰੂਟੀਨ ਚਾਹੀਦੀ ਹੈ। ਇੱਕ ਤਾਂ ਉਹਨਾਂ ਨੂੰ ਸੌਣਾ ਚਾਹੀਦਾ ਚੱਜ ਨਾਲ, 8-9 ਘੰਟੇ ਚਾਹੀਦੇ ਰੋਜ਼। ਜਿੱਦਾਂ ਕਈ ਮਾਂ ਪਿਓ ਚੈੱਕ ਨਹੀਂ ਕਰਦੇ ਵੀ ਨਿਆਣੇ ਆਪਣੇ ਕੰਪਿਊਟਰ ਲੱਗੇ ਰਹਿੰਦੇ, ਫਿਰ ਸੌਂਦੇ ਨਹੀਂ ਚੱਜ ਨਾਲ, ਫਿਰ ਉਹਨਾਂ ਨੂੰ ਐਂਜ਼ਾਈਟੀ ਉੱਡੀ ਹੋ ਜਾਣੀ ਕਿ ਉਹਨਾਂ ਨੂੰ ਰੈਸਟ ਨਹੀਂ ਪੂਰੀ ਆਈ। ਅਤੇ ਨਾਲੇ ਕਈ ਨਿਆਣਿਆਂ ਨੂੰ ਆਪਣਾ ਡਾਇਟ ਨਹੀਂ ਚੰਗਾ ਹੁੰਦਾ, ਚੱਜ ਨਾਲ ਖਾਂਦੇ ਨਹੀਂ, ਸ਼ੂਗਰ ਖਾਈ ਜਾਣੀ ਜਾਂ ਚਿਪਸ ਖਾਈ ਜਾਣੇ। ਫਿਰ ਰੋਟੀ ਦਾ ਜਿਹੜਾ ਆਪਣਾ ਸਫਰ ਚੱਜ ਦਾ ਹੁੰਦਾ ਲੰਚ, ਉਹ ਫਿਰ ਚੱਜ ਨਾਲ ਖਾਂਦੇ ਨਹੀਂ, ਫਿਰ ਉਹਨਾਂ ਨਾਲ ਫੀਲ ਗੁੱਡ ਨਹੀਂ ਹੁੰਦਾ। ਅਤੇ ਨਾਲੇ ਐਕਸਰਸਾਈਜ਼ ਵੀ ਚਾਹੀਦੀ ਆ ਕਿਉਂਕਿ ਇਹ ਜਿਹੜੀ 3 ਚੀਜ਼ਾਂ ਆ ਸਾਡੀ ਇਮੋਸ਼ਨਲ ਵੈਲਬੀਇੰਗ ਉਹਦੇ ਨਾਲ ਅਫੈਕਟ ਹੁੰਦੀ ਬਹੁਤ। ਅਤੇ ਇੱਕ ਹੋਰ ਤਰੀਕਾ ਆ ਵੀ ਜਿਹੜੇ ਨਿਆਣੇ ਦੀ ਰਿਸਪੈਕਟ ਕਰਨੀ ਚਾਹੀਦੀ ਉਹਨਾਂ ਦੀ ਫੀਲਿੰਗਸ ਦੀ। ਜਦੋਂ ਤੁਹਾਨੂੰ ਦੱਸਦੇ ਆ ਵੀ ਮੈਨੂੰ ਇੱਦਾਂ ਫੀਲਿੰਗ ਆਹ ਹੁੰਦਾ ਆ, ਤੁਹਾਨੂੰ ਦੱਸਣਾ ਚਾਹੀਦਾ ਵੀ ਇੱਦਾਂ ਕਰੀਦਾ ਹੁੰਦਾ। ਪਰ ਕਈ ਮਾਂ ਪਿਓ ਕੀ ਕਰਦੇ ਹੁੰਦੇ ਆ, ਉਹ ਆਪਣੇ ਨਿਆਣਿਆਂ ਦੀ ਗੱਲ ਸੁਣ ਲੈਂਦੇ, ਕਹਿੰਦੇ ਓਕੇ ਚਲੋ ਤੂੰ ਡਾਕਟਰ 'ਤੇ ਨਾ ਜਾਈਂ, ਸਕੂਲ ਨੂੰ ਨਾ ਜਾਈਂ, ਘਰ ਰਹਿ ਲਾ। ਪਰ ਇਹ ਪ੍ਰੋਬਲਮ ਆ ਵੀ ਜਿੱਦਾਂ ਹੁਣ ਜੇ ਤੁਸੀਂ ਆਪਣੇ ਨਿਆਣਿਆਂ ਨੂੰ ਸਮਝਾਉਂਦੇ ਨਹੀਂ ਵੀ ਤੈਨੂੰ ਹੁਣ ਡਾਕਟਰ 'ਤੇ ਜਾਣਾ ਪੈਣਾ ਕਿਉਂਕਿ ਸਾਡੀ ਇਮਿਊਨਾਈਜੇਸ਼ਨ ਹੋਣੀ ਆ, ਤੈਨੂੰ ਡਾਕਟਰ 'ਤੇ ਜਾ ਕੇ ਟੀਕਾ ਲੈਣਾ ਪੈਣਾ। ਜੇ ਨਿਆਣਾ ਕਹਿੰਦਾ ਮੈਂ ਨਹੀਂ ਜਾਣਾ, ਤੁਸੀਂ ਉਹਨੂੰ ਸਮਝਾਓ ਪਿਆਰ ਨਾਲ ਕਿ ਸਾਰੇ ਨਿਆਣੇ ਇੰਜੈਕਸ਼ਨ ਕਰਨੀ ਪੈਂਦੀ ਹੈ, ਟੀਕਾ ਲੈਣਾ ਪੈਂਦਾ, ਵੀ ਮੈਂ ਤੇਰੇ ਨਾਲ ਆ, ਮੈਂ ਤੇਰਾ ਹੱਥ ਫੜ ਕੇ ਜਾਊਂ, ਕਿ ਤੈਨੂੰ ਕੋਈ ਫਿਕਰ ਨਹੀਂ ਹੈਗਾ ਵੀ ਮੈਂ ਤੇਰੇ ਨਾਲ ਆ। ਅਤੇ ਨਾਲੇ ਆਪਣੇ ਨਿਆਣਿਆਂ ਨੂੰ ਦੱਸਣਾ ਚਾਹੀਦਾ ਵੀ ਜਿਹੜੀ ਐਂਜ਼ਾਈਟੀ ਹੁੰਦੀ ਆ ਉਹ ਬਹੁਤ ਔਖੀ ਹੈ ਡੀਲ ਕਰਨੇ ਨੂੰ, ਕਿ ਤੁਹਾਨੂੰ ਸਿਖਾਉਣਾ ਚਾਹੀਦਾ, ਨਿਆਣਿਆਂ ਨੂੰ ਦੱਸਣਾ ਚਾਹੀਦਾ ਵੀ ਜੇ ਤੁਸੀਂ ਅਵੋਇਡ ਕਰਦੇ ਆ ਉਹ ਐਂਜ਼ਾਈਟੀ ਜ਼ਿਆਦਾ ਵੱਧਦੀ ਆ। ਪਰ ਜੇ ਤੁਸੀਂ ਉਹਨਾਂ ਨੂੰ ਸਮਝਾ ਸਕਦੇ ਆ ਵੀ ਜਿੰਨੀ ਜਿੱਥੇ ਤੁਸੀਂ ਚੈਲੰਜ ਕਰਦੇ ਰਹੇ ਆਪਣੀ ਐਂਜ਼ਾਈਟੀ ਨੂੰ, ਉਨੀ ਤੁਹਾਨੂੰ ਸੌਖੀ ਲੱਗੇਗੀ ਡੀਲ ਕਰਨੇ ਨੂੰ। ਤਾਂ ਇੱਕ ਐਗਜ਼ਾਮਪਲ ਆ, ਜਦੋਂ ਤੁਹਾਡੇ ਨਿਆਣੇ ਨੂੰ ਦੱਸਦੇ ਆ ਕਿ ਮੈਂ ਮੰਮੀ ਸੌਕਰ ਪ੍ਰੈਕਟਿਸ 'ਤੇ ਮੈਂ ਜਾਣਾ ਨਹੀਂ ਮੰਗਦੀ ਅੱਜ, ਤਾਂ ਤੁਸੀਂ ਆਪਣੇ ਨਿਆਣਿਆਂ ਨੂੰ ਪੁੱਛੋ ਵੀ ਕਾਹਤੇ ਨਹੀਂ ਜਾਣਾ ਮੰਗਦੀ, ਤਾਂ ਉਹ ਕਹੋਗੇ ਮੈਨੂੰ ਮੰਮੀ ਡਰ ਲੱਗਦਾ ਕਿ ਮੈਨੂੰ ਚੱਕਰ ਨਹੀਂ ਆਉਣਾ, ਮੈਂ ਇੱਥੇ ਰਹਿ ਜਾਣਾ ਇੱਥੇ ਸੌਕਰ ਫੀਲਡ 'ਤੇ ਇਕੱਲੀ। ਫਿਰ ਤੁਸੀਂ ਉਹਨੂੰ ਦੱਸਿਓ, ਉਹਨੂੰ ਕੋਚ ਕਰਿਆ ਕਰੋ ਕਿ ਜੇ ਇੱਦਾਂ ਗੱਲ ਹੋ ਗਈ, ਮੈਂ ਲੇਟ ਹੋ ਗਈ ਬੜੀ ਹੱਦ, ਵੀ ਤੂੰ ਆਪਣੇ ਕੋਚ ਨੂੰ ਕਹਿ ਦੇਂ ਵੀ ਮੇਰੀ ਮੰਮੀ ਨਹੀਂ ਆਈ, ਮੰਮੀ ਲੇਟ ਆ, ਅਤੇ ਤੂੰ ਮੰਮੀ ਨੂੰ ਫੋਨ ਕਰ ਦੇ, ਅਤੇ ਨਾਲ ਮੇਰੇ ਨਾਲ ਇੱਥੇ ਤੁਸੀਂ ਰਹਿ ਸਕਦੇ ਆ ਜਿੰਨਾ ਚਿਰ ਮੰਮੀ ਨਹੀਂ ਆਉਂਦੀ। ਜੇ ਤੁਸੀਂ ਨਿਆਣਿਆਂ ਨੂੰ ਐਗਜ਼ਾਮਪਲ ਦੇਵੋ ਵੀ ਕਿਹੜੀ ਐਗਜ਼ਾਮਪਲ ਹੁੰਦੀ ਹੈ ਵੀ ਇੱਦਾਂ ਹੋ ਸਕਦਾ, ਫਿਰ ਉਹਨਾਂ ਨਾਲ ਡਰ ਨਹੀਂ ਰਹਿੰਦਾ, ਉਹਨੂੰ ਵਹਿਮ ਨਹੀਂ ਰਹਿੰਦਾ। ਸੋ ਤੁਹਾਨੂੰ ਪ੍ਰੈਕਟਿਸ ਕਰਨਾ ਪੈਂਦਾ ਵੀ ਕੀ ਹੋਣਾ ਜਦੋਂ ਇੱਦਾਂ ਹੋਇਆ ਫਿਰ ਆਹ ਹੋਊਗਾ। ਅਤੇ ਨਾਲੇ ਜਿਹੜੇ ਨਿਆਣਿਆਂ ਨੂੰ ਦੱਸਣਾ ਚਾਹੀਦਾ ਵੀ ਜਿਹੜੀ ਐਂਜ਼ਾਈਟੀ ਹੁੰਦੀ ਆ ਆਪ ਵੀ ਦੱਸਿਆ ਕਰੋ ਕਿ ਸਾਡੀ ਵੀ ਐਂਜ਼ਾਈਟੀ ਇੱਦਾਂ ਦੀ ਹੁੰਦੀ ਸੀ, ਜਦੋਂ ਮੈਂ ਛੋਟੀ ਹੁੰਦੀ ਸੀਗੀ ਮੈਨੂੰ ਵੀ ਇੱਦਾਂ ਹੁੰਦਾ ਸੀ, ਫਿਰ ਮੈਂ ਇੱਦਾਂ ਕਰਦੀ ਹੁੰਦੀ ਸੀਗੀ। ਸੋ ਜੇ ਤੁਸੀਂ ਦੇਖਦੇ ਵੀ ਤੁਹਾਡੇ ਨਿਆਣਿਆਂ ਦੀ ਐਂਜ਼ਾਈਟੀ ਇੰਨੀ ਖਰਾਬ ਆ ਵੀ ਉਹ ਠੀਕ ਨਹੀਂ ਹੁੰਦੀ, ਫਿਰ ਤੁਸੀਂ ਹੈਲਪ ਲਿਆ ਕਰੋ। ਜਾਂ ਤਾਂ ਆਪਣੇ ਫੈਮਿਲੀ ਡਾਕਟਰ ਨੂੰ ਪੁੱਛੋ, ਜਾਂ ਆਪਣੇ ਸਕੂਲ ਦੇ ਟੀਚਰਾਂ ਨੂੰ ਪੁੱਛਿਓ, ਜਾਂ ਤਾਂ ਤੁਸੀਂ ਆਪਣੇ ਜਿਹੜੇ ਕਾਉਂਸਲਰ ਹੁੰਦੇ ਉਹਨਾਂ ਨੂੰ ਕਹੋ ਸਕੂਲ ਦੇ, ਜਾਂ ਤੁਸੀਂ ਯੂਥ ਦੇ ਜਿਹੜੇ ਮੈਂਟਲ ਹੈਲਥ ਸਰਵਿਸਿਜ਼ ਪ੍ਰੋਗਰਾਮ 'ਤੇ ਉਹਨਾਂ ਨੂੰ ਫੋਨ ਕਰ ਸਕਦੇ ਆ। ਜੇ ਤੁਹਾਨੂੰ ਹੋਰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਮੂਵਿੰਗ ਫੋਰਵਰਡ ਫੈਮਿਲੀ ਸਰਵਿਸਿਜ਼ ਨੂੰ ਕੰਟੈਕਟ ਕਰ ਲਿਓ।